ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਮ ਕਲੀ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ। ਬੇਨਤੀ ਹੋ ਰਹੀ ਹੈ, ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। हम डोलत बेड़ी पाप परी है, पावन लगा मत जाई। राम कली राग है। पहले पातशाह धन गुरु नानक देव साहब जी का उचारण किया गया पवित्र पावन श्री मुख वाक शब्द है। हे वाहिगुरु, साडी बेड़ी पापां नाल भरी हुई डोल रही है। हम डोलत बेड़ी पाप भरी। साडी जिहड़ी बेड़ी है किश्ती जिंदगी दी, पता नहीं साडे कोलों किन्ने गुनाह होए ने, किन्ने पाप होए ने। उन्हां पापां नाल लद्दी हुई डावा डोल है। हुण डुब्बी के कल डुब्बी, इदां दा खालसा वाहिगुरू जी बनिया होया। एक तां पहला ही डावा डोल होवे किश्ती, पहला ही उहदी कोई उम्मीद ना होवे भी खबरे किहड़े वेले डुब जाए। दूजी उत्तों तेज हनेरी चल पे, हवा चले तो फिर तां मुश्किल है ना, फिर तां औखा है ना कि हुण उह तरे। तेज तूफान चल पे, फिर तो यह मतलब डुबेगी ही डुबेगी। हे वाहिगुरु, साडी जिंदगी की किश्ती तो पहला ही पापां नाल लद्दी हुई डावा डोल है। खबरे किन्ने जन्मां दे किन्ने गुनाह किन्ने पाप ने जिहड़े असीं अपने हिरदे च इकट्ठे करी बैठे हैं। हे दातिया, तेरे चरणां च साडी अरजोई यह है कि किते इस पापां नाल लद्दी हुई बेड़ी नूं जिहड़ी तर रही है, हाले डावा डोल है, डुब्बी नहीं, किते मंदियां वाशनावां दी पवन हवा लग के ये डिग ना जाए, डुब ना जाए। हे दातिया, तरस करिए नूं किसे तरीके किनारे ला दी, बेड़े बन्ने बन्ने ला दी। पवन लगा मत जाई, मता किते नूं वाशनावां दी। पवन किहड़ी है? वाशनावां, मंदियां वाशनावां ਜਿਹੜੀਆਂ ਸਾਡੇ ਹਿਰਦੇ ਵਿੱਚ ਉਪਜਦੀਆਂ ਨੇ। ਕਈ ਪ੍ਰਕਾਰ ਦੇ ਮੰਦ ਖਿਆਲ, ਮੰਦੀਆਂ ਭਾਵਨਾਵਾਂ, ਮੰਦੀਆਂ ਵਾਸ਼ਨਾਵਾਂ, ਅਨੇਕ ਪ੍ਰਕਾਰ ਦੀਆਂ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਹੰਕਾਰ ਦੀਆਂ, ਈਰਖਾ ਦਵੈਸ਼ ਦੀਆਂ, ਇਹ ਸਭ ਮੰਦੀਆਂ ਵਾਸ਼ਨਾਵਾਂ ਨੇ। ਇਹ ਮੰਦੀਆਂ ਵਾਸ਼ਨਾਵਾਂ ਤੇਜ ਤੂਫਾਨ ਵਾਂਗੂ ਨੇ, ਹਨੇਰੀ ਵਾਂਗੂ ਨੇ। ਜੇ ਕਿਤੇ ਨਾ ਮੰਦੀਆਂ ਵਾਸ਼ਨਾਵਾਂ ਦੀ ਹਨੇਰੀ ਚੱਲ ਗਈ ਦਾਤਿਆ, ਇਹ ਸਾਡੀ ਜ਼ਿੰਦਗੀ ਰੂਪੀ ਕਿਸ਼ਤੀ ਤਾਂ ਪਹਿਲਾਂ ਹੀ ਡਾਵਾਂ ਡੋਲ ਹੈ, ਕਿਤੇ ਡੁੱਬ ਨਾ ਜਾਏ, ਕਿਤੇ ਗਰਕ ਨਾ ਹੋ ਜਾਏ। ਤਰਸ ਕਰਿਓ ਕਿਤੇ ਹਵਾ ਦਾ ਝੋਲਾ, ਇਹ ਤੂਫਾਨ ਸਾਡੀ ਇਸ ਜ਼ਿੰਦਗੀ ਦੀ ਕਿਸ਼ਤੀ ਨੂੰ ਨਾ ਵਿਆਪੇ। ਮਹਾਰਾਜ, ਸਾਡੇ ਹਿਰਦੇ 'ਚ ਮੰਦੇ ਖਿਆਲ ਤੇ ਮੰਦੀਆਂ ਵਾਸ਼ਨਾਵਾਂ ਪੈਦਾ ਨਾ ਹੋਣ। ਸਾਡੀ ਇਹ ਬੇਨਤੀ ਹੈ ਕਿ ਮਾੜੇ ਖਿਆਲਾਤ, ਮਾੜੀਆਂ ਬਿਰਤੀਆਂ ਸਾਡੇ ਹਿਰਦੇ 'ਚ ਨਾ ਉਤਪਨ ਹੋਣ। ਹਾਂਜੀ। सन्मुख सिद्ध भेटण को आई, निहचो देह वड्याई। ਇਹ ਸਿੱਧ ਪੁਰਖ, ਅਕਾਲ ਪੁਰਖ ਨੂੰ ਕਿਹਾ ਇੱਥੇ ਸਿੱਧ, ਪਰਮੇਸ਼ਰ ਸਿੱਧ ਪੁਰਖ ਹੈ ਨਾ। ਕਹਿੰਦੇ ਹੇ ਸਿੱਧ ਪੁਰਖ, ਅਸੀਂ ਤੇਰੇ ਸਨਮੁਖ ਤੈਨੂੰ ਮਿਲਣ ਵਾਸਤੇ ਆਏ ਹਾਂ। ਭੇਟਣ ਕਹਿੰਦੇ ਨੇ ਮਿਲਣ ਨੂੰ, ਮਿਲਣ ਵਾਸਤੇ ਆਏ ਹਾਂ। ਤੇ ਹੇ ਵਾਹਿਗੁਰੂ, ਸਾਨੂੰ ਵਡਿਆਈ ਬਖਸ਼ੋ। ਕਹਿੰਦੇ ਜੀ ਕਿਹੜੀ ਵਡਿਆਈ ਚਾਹੀਦੀ ਆ? ਦੁਨੀਆਦਾਰੀ ਦੀ? ਕਿਹੜੀ ਵਡਿਆਈ ਚਾਹੀਦੀ ਹੈ? ਮਹਾਰਾਜ, ਸਾਨੂੰ ਇਹ ਵਡਿਆਈ ਦਿਓ ਵੀ ਸਾਨੂੰ ਤੁਹਾਡੇ ਤੇ ਨਿਸ਼ਚਾ ਵੱਜ ਜੇ।
ਨਿਹਚੋ ਦੇਹ ਵਡਿਆਈ। ਮਹਾਰਾਜ ਸਾਨੂੰ ਇਹ ਵਡਿਆਈ ਦਿਓ ਕਿ ਸਾਡਾ ਤੁਹਾਡੇ ਚਰਨਾਂ ਤੇ ਨਿਸ਼ਚਾ ਬਣ ਜੇ। ਨਿਸ਼ਚਾ, ਆਪਣੇ ਨਿਸ਼ਚੇ ਦੀ ਵਡਿਆਈ ਸਾਨੂੰ ਬਖਸ਼ੋ, ਕਿਉਂਕਿ ਸਾਡਾ ਨਿਸ਼ਚਾ ਵੀ ਡਾਵਾਡੋਲ ਹੁੰਦਾ ਰਹਿੰਦਾ, ਡਗਮਗਾਉਂਦਾ ਰਹਿੰਦਾ। ਇਹੋ ਜਿਹਾ ਪਰਪੱਕ ਨਿਸ਼ਚਾ ਬਖਸ਼ੋ ਕਿ ਡਿਗਾ ਨਾ ਡੋਲਾ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਕਿ ਸਾਡਾ ਨਿਸ਼ਚਾ ਨਾ ਡਿੱਗੇ ਤੇ ਨਾ ਡੋਲੇ। ਸੁਮੇਰ ਪਰਬਤ ਵਾਂਗੂ ਮਹਾਰਾਜ ਅਚਲ ਤੇ ਅਡੋਲ ਨਿਸ਼ਚੇ ਦੀ ਦਾਤ ਸਾਨੂੰ ਬਖਸ਼ੋ। ਇਹ ਵਡਿਆਈ ਚਾਹੀਦੀ ਹੈ ਤੁਹਾਡੇ ਚਰਨਾਂ ਚੋਂ। ਨਿਸ਼ਚਾ, ਨਿਸ਼ਚਾ ਜਿਤਨਾ ਪਰਪੱਕ ਹੋਵੇਗਾ ਨਾ, ਗੁਰੂ ਸਾਹਿਬ ਜੀ ਦੀ ਬਾਣੀ ਦੀ, ਸਤਿਗੁਰਾਂ ਦੇ ਸਿਮਰਨ ਦੀ, ਭਜਨ ਦੀ ਕਲਾ ਉਤਨੀ ਵੱਧ ਵਰਤੇਗੀ। ਜੇ ਨਿਸ਼ਚਾ ਕੱਚਾ ਪੱਕਾ ਜਿਹਾ ਹੈ ਤੇ ਫਿਰ ਗੁਰੂ ਸਾਹਿਬ ਦੀ ਦਇਆ ਦੇ ਅਸੀਂ ਪਾਤਰ ਨਹੀਂ ਬਣ ਸਕਦੇ, ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਨਿਸ਼ਚਾ ਪਰਪੱਕ ਹੋਵੇ। ਮਹਾਰਾਜ ਜੀ ਸਾਨੂੰ ਆਪਣਾ ਨਿਸ਼ਚਾ ਬਖਸ਼ੋ। ਇਹ ਵਡਿਆਈ ਤੁਹਾਡੇ ਚਰਨਾਂ ਚੋਂ ਚਾਹੀਦੀ ਹੈ। ਮਹਾਰਾਜ ਤੁਹਾਡੇ ਸਨਮੁਖ ਆ ਕੇ ਤੁਹਾਡੇ ਕੋਲੋਂ ਇਹ ਦਾਨ ਮੰਗਦੇ ਹਾਂ। ਗੁਰ ਤਾਰ ਤਾਰਨ ਹਾਰਿਆ। ਤਾਰਣਹਾਰ ਸਤਿਗੁਰੂ ਕਿਰਪਾ ਕਰ, ਸਾਡੀ ਬੇੜੀ ਨੂੰ ਬੰਨੇ ਲਾ, ਸਾਡੀ ਬੇੜੀ ਤਾਰ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। ਇਹ ਤਾਰਨਹਾਰ ਸਾਹਿਬ ਜੀ ਜਿਵੇਂ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਤਾਰਿਆ ਸੀ ਮਹਾਰਾਜ, ਕਿਰਪਾ ਕਰੋ ਸਾਡਾ ਬੇੜਾ ਵੀ ਬੰਨੇ ਲਾਓ ਮਹਾਰਾਜ। ਸਾਡੀ ਜ਼ਿੰਦਗੀ ਦੀ ਕਿਸ਼ਤੀ ਪਾਪਾਂ ਨਾਲ ਲੱਦੀ ਡਾਵਾਂ ਡੋਲ ਹੋ ਰਹੀ ਹੈ, ਇਹਨੂੰ ਤੁਸੀਂ ਮਲਾਹ ਬਣ ਕੇ ਬੰਨੇ ਲਾਓ ਮਹਾਰਾਜ। ਇਹਦੇ ਮਲਾਹ ਤੁਸੀਂ ਬਣੋ। ਚੰਗਾ ਪਾਇਲਟ ਹੋਵੇ, ਚੰਗਾ ਡਰਾਈਵਰ ਹੋਵੇ ਤੇ ਬੰਦਾ ਬੇਫਿਕਰੀ ਵਿੱਚ ਪਿੱਛੇ ਬੈਠਾ ਰਹਿੰਦਾ। ਮਹਾਰਾਜ ਸਾਡੀ ਜ਼ਿੰਦਗੀ ਦੇ ਮਲਾਹ ਤੁਸੀਂ ਬਣੋ, ਤਾਂ ਜੋ ਅਸੀਂ ਬੇਫਿਕਰ ਹੋ ਕੇ ਆਪ ਜੀ ਦੇ ਪੁੱਤੇ ਨਿਸ਼ਚਾ ਰੱਖ ਕੇ, ਭਰੋਸਾ ਰੱਖ ਕੇ ਆਪਣਾ ਜੀਵਨ ਬਸਰ ਕਰ ਸਕੀਏ। ਹੇ ਤਾਰਨਹਾਰ ਸਾਹਿਬ ਕਿਰਪਾ ਕਰਕੇ ਸਾਨੂੰ ਤਾਰੋ। ਦੇਹ ਭਗਤ ਪੂਰਨ ਅਵਿਨਾਸੀ, ਹਉ ਤੁਝ ਕਉ ਬਲਿਹਾਰਿਆ। ਇਹ ਪੂਰਨ ਅਬਿਨਾਸੀ ਵਾਹਿਗੁਰੂ, ਤੂੰ ਪੂਰਨ ਵੀ ਹੈ ਤੇ ਅਬਿਨਾਸੀ ਵੀ ਹੈ। हे ਪੂਰਨ, हे ਅਬਿਨਾਸੀ ਸਾਹਿਬ, ਸਾਨੂੰ ਆਪਣੀ ਭਗਤੀ ਦਾ ਦਾਨ ਬਖਸ਼ੋ। ਦੇਹ ਭਗਤ, ਆਪਣੀ ਭਗਤੀ ਬਖਸ਼ੋ ਮਹਾਰਾਜ। ਹਾਂ ਤੁਝ ਕੋ ਬਲਿਹਾਰਿਆ। ਮਹਾਰਾਜ ਜੀ ਤੁਸੀਂ ਸਾਨੂੰ ਭਗਤੀ ਦਾ ਦਾਨ ਬਖਸ਼ੋ, ਅਸੀਂ ਤੁਹਾਡੇ ਤੋਂ ਬਲਿਹਾਰ ਜਾਈਏ, ਅਸੀਂ ਤੁਹਾਡੇ ਤੋਂ ਵਾਰੇ ਜਾਈਏ। ਬਲਹਾਰ ਦਾ ਮਤਲਬ ਹੁੰਦਾ ਹੈ ਜਿੱਥੇ ਸਾਡੀ ਬੁੱਧੀ ਦੀ ਸੋਚਣ ਸ਼ਕਤੀ ਦਾ ਬਲ ਹਾਰ ਜਾਵੇ, ਉਹਨੂੰ ਕਹਿੰਦੇ ਨੇ ਬਲਿਹਾਰ ਜਾਣਾ। हे ਸਾਹਿਬ ਜੀ ਅਸੀਂ ਤੁਹਾਡੇ ਤੋਂ ਬਲਿਹਾਰ ਜਾਈਏ, ਤੁਹਾਡੇ ਤੋਂ ਵਾਰੇ ਜਾਈਏ। ਰਹਾਉ ਸਿੱਧ ਸਾਧਕ ਜੋਗੀ ਅਰ ਜੰਗਮਾ, ਏਕ ਸਿੱਧ ਜਿਨਿ ਧਿਆਇਆ। ਬੜੇ ਬੜੇ ਸਿੱਧ ਸਾਧਕ ਜੋਗੀ ਜੰਗਮ ਉਸ ਇੱਕ ਸਿੱਧ ਪੁਰਸ਼ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਰਹੇ ਨੇ, ਤੇ ਜਿਨ੍ਹਾਂ ਨੇ ਧਿਆਇਆ ਉਸ ਇੱਕ ਨੂੰ, ਚਾਹੇ ਉਹ ਸਿੱਧ ਨੇ, ਚਾਹੇ ਉਹ ਜੋਗੀ ਨੇ, ਚਾਹੇ ਉਹ ਜੰਗਮ ਨੇ, ਚਾਹੇ ਉਹ ਕਿਸੇ ਵਰਣ ਨਾਲ ਸੰਬੰਧਿਤ ਨੇ,
ਜਿਨ੍ਹਾਂ ਜਿਨ੍ਹਾਂ ਨੇ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਇਆ ਹੈ। ਪਰ ਸਤ ਪੈਰ ਸਿਜਦ ਤੇ ਸੁਆਮੀ ਅੱਖਰ ਜਿਨ ਕੋ ਆਇਆ। ਆਖਰ ਆਖਰ ਇਦਾਂ ਨਿਛੇਦ ਕਰਕੇ ਅਰਥ ਕਰੀਏ ਤਾਂ ਇਹਦਾ ਮਤਲਬ ਹੈ ਜਿਹਦਾ ਨਾਸ਼ ਨਹੀਂ ਹੁੰਦਾ ਉਹਨੂੰ ਕਹਿੰਦੇ ਨੇ ਅੱਖਰ। ਆਖਰ ਜਿਹੜਾ ਖਰੇ ਨਾ ਖਤਮ ਨਾ ਹੋਵੇ ਉਹ ਕੌਣ ਹੈ? ਪਰਮੇਸ਼ਰ। ਮਹਾਰਾਜ ਜੀ ਦੇ ਬਚਨ ਪੜ੍ਹਦੇ ਨੇ, ਏਕ ਅੱਖਰ ਹਰ ਮਨ ਵਸਿਓ ਨਾਨਕ ਹੋਤ ਨਿਹਾਲ। ਅੱਖਰ ਦਾ ਮਤਲਬ ਜਿਹਦਾ ਕਦੇ ਨਾਸ਼ ਨਹੀਂ ਹੁੰਦਾ ਉਹ ਅਕਾਲ ਪੁਰਖ, ਉਹਨੂੰ ਕਿਹਾ ਅੱਖਰ। ਕਹਿੰਦੇ ਉਹ ਅੱਖਰ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਉਹਨਾਂ ਦੇ ਚਰਨਾਂ ਨੂੰ ਪਰਸ ਕੇ, ਉਹਨਾਂ ਆਤਮ ਗਿਆਨੀ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਨੂੰ ਜਿਨ੍ਹਾਂ ਨੇ ਪਰਸਿਆ ਤੇ ਉਹ ਜਨ ਸਿੱਜਤ ਕਹੀਏ ਮੁਕਤ ਹੋ ਗਏ, ਉਹ ਵੀ ਮੁਕਤ ਹੋ ਗਏ। ਜਿਨ੍ਹਾਂ ਨੂੰ ਅਖਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਈ, ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਉਹਨਾਂ ਦੇ ਚਰਨਾਂ ਨੂੰ ਸਪਰਸ਼ ਕਰਕੇ ਹੀ ਜੀਵ ਦਾ ਜ਼ਿੰਦਗੀ ਸਫਲ ਹੋ ਜਾਂਦੀ ਹੈ, ਮਨੁੱਖ ਦਾ ਜੀਵਨ ਸਫਲ ਹੋ ਜਾਂਦਾ। ਸਿੱਜਤ ਕਹਿੰਦੇ ਨੇ ਸਫਲ ਹੋ ਜਾਣ। ਨਾਮ ਦਾ ਪ੍ਰਤਾਪ ਐਸਾ ਹੈ ਕਿ ਸਾਧੂ ਦੀ ਸੰਗਤ ਕਰਨੇ ਨਾਲ ਹੀ, ਉਹਦੇ ਚਰਨ ਸਪਰਸ਼ਨੇ ਨਾਲ ਹੀ ਮਨੁੱਖ ਦਾ ਜੀਵਨ ਸਿੱਜਤ ਸਫਲ ਹੋ ਜਾਂਦਾ ਹੈ। ਜਾਪ ਤਪ ਸੰਜਮ ਕਰਮ ਨ ਜਾਣਾ, ਨਾਮ ਜਪੇ ਪ੍ਰਭ ਤੇਰਾ। ਹੇ ਵਾਹਿਗੁਰੂ, ਨਾ ਮੈਂ ਜਾਣਦਾ ਹਾਂ ਮੇਰਾ ਕੋਈ ਜਪ ਹੈ, ਨਾ ਮੇਰਾ ਕੋਈ ਤਪ ਹੈ, ਨਾ ਮੇਰੀ ਕੋਈ ਸੰਜਮ ਘਾਲਣਾ ਮਰਿਆਦਾ ਹੈ। ਬੇਮਰਿਆਦਾ ਜਾ ਰਹਿਣਾ, ਮੈਨੂੰ ਕੋਈ ਕਰਮ ਨਹੀਂ ਕਰਨਾ ਆਉਂਦਾ ਚੰਗਾ, ਬਸ ਮੈਨੂੰ ਤਾਂ ਇੱਕੋ ਕੰਮ ਆਉਂਦਾ ਹੈ, ਉਹ ਤੇਰੇ ਤਰਸ ਨਾਲ ਹੁੰਦਾ, ਤੇਰੀ ਦਇਆ ਨਾਲ ਹੁੰਦਾ। ਮੈਂ ਤੇਰਾ ਨਾਮ ਜਪਦਾ ਹਾਂ। ਮੈਨੂੰ ਨਹੀਂ ਪਤਾ ਕੋਈ ਜਪ ਤਪ ਸੰਜਮ ਕਰਮ ਕੀ ਹਨ। ਨਾਮ ਜਪੀ ਪ੍ਰਭ ਤੇਰਾ, हे ਪ੍ਰਭੂ ਮੈਂ ਕੇਵਲ ਤੇਰਾ ਨਾਮ ਜਪਦਾ ਹਾਂ, ਕੇਵਲ ਤੇਰੇ ਨਾਮ ਦੀ ਆਰਾਧਨਾ ਕਰਦਾ ਹਾਂ। ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੈ ਸ਼ਬਦ ਨਵੇਰਾ। ਫਿਰ ਕਹਿੰਦੇ ਜਿਨ੍ਹਾਂ ਤੇ ਗੁਰੂ ਪਰਮੇਸ਼ਰ ਦੀ ਦਇਆ ਵਰਤਦੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਜੀ ਮਿਲ ਜਾਂਦੇ ਹਨ, ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ। ਉਹਨਾਂ ਦਾ ਜੀਵਨ ਵਾਹਿਗੁਰੂ ਜੀ ਸਤਿਗੁਰੂ ਜੀ ਸਫਲਾ ਬਣਾ ਦਿੰਦੇ ਹਨ। ਰਾਮ ਕਲੀ ਮਹੱਲਾ ਪਹਿਲਾ, ਸੁਰਤੇ ਸੁਰਤ ਰਲਾਈਐ ਤਾ। ਕੱਤਕ ਦੇ ਪੂਰਨਮਾਸ਼ੀ ਵਾਲੇ ਦਿਨ ਭਾਰਤੀ ਸੰਸਕ੍ਰਿਤੀ ਵਿੱਚ ਤੁਲਾ ਜਿਹਾ ਬਣਾ ਕੇ ਨਾ, ਪਰਾਲੀ ਦਾ ਜਾਂ ਕਿਸੇ ਦੱਬ ਦਾ, ਉਹਦੇ ਤੇ ਦੀਵਾ ਧਰ ਕੇ ਤੇ ਫਿਰ ਉਹਨੂੰ ਤਾਰਦੇ ਹੁੰਦੇ ਨਦੀਆਂ ਸਰੋਵਰਾਂ ਤਲਾਬਾਂ ਵਿੱਚ। ਤੇ ਤਾਰਨ ਤੋਂ ਬਾਅਦ ਕਹਿੰਦੇ ਆਗੇ ਆਗੇ ਦੀਵੜਾ, ਵੀ ਦੀਵੇ ਤੂੰ ਅੱਗੇ ਅੱਗੇ ਚੱਲ ਤੇ ਪਿੱਛੇ ਸਾਡੇ ਤੇ ਸੁੱਖ ਰੱਖੀ। ਮਹਾਰਾਜ ਜੀ ਕਹਿੰਦੇ ਵੀ ਇਹ ਕਿਹੜੇ ਦੀਵੇ ਨੇ ਜਿਹੜੇ ਕੇਵਲ ਇੱਕੋ ਦਿਨ ਹੀ ਤਾਰਦੇ ਜੇ। ਇੱਕ ਦੀਵਾ ਜਿਹੜਾ ਜੀਵ ਦੇ ਅੰਦਰ ਮਲੀਨ ਹੋ ਰਿਹਾ, ਕਦੇ ਉਹਦੇ ਵੱਲ ਵੀ ਧਿਆਨ ਦਿਓ। ਸਤਿਗੁਰੂ ਉਸ ਦੀਵੇ ਦੀ ਗੱਲ ਕਰ ਰਹੇ ਨੇ। ਸੁਰਤੀ ਸੁਰਤ ਰਲਾਈਐ ਏਤ, ਕਹਿੰਦੇ ਸੁਰਤੀਆਂ ਵਿੱਚੋਂ ਸਭ ਤੋਂ ਸ੍ਰੇਸ਼ਟ ਸੁਰਤ ਇਹ ਹੈ ਕਿ ਆ ਜਿਹੜਾ ਸਰੀਰ ਹੈ, ਇਸ ਸਰੀਰ ਵਿੱਚ ਆ ਕੇ ਉਸ ਪਰਮਾਤਮਾ ਨਾਲ ਸੁਰਤ ਜੋੜਨੀ। ਇਹਦੇ ਵਿੱਚ ਜਿਹੜੀ ਆਤਮਾ ਹੈ ਪਰਮਾਤਮਾ ਦੀ ਚੇਤਨਾ ਹੈ, ਉਹਦੇ ਨਾਲ ਆਪਣੇ ਆਪ ਨੂੰ ਰਲਾਉਣਾ, ਉਹਦੇ ਨਾਲ ਸੁਰਤ ਨੂੰ ਜੋੜਨਾ। ਤਾਨ ਕਰ ਤੁਲਹਾ ਲੰਗ ਹੈ ਜੀਤ, ਜਿਵੇਂ ਉਹ ਤੁਲਾ ਜਿਹਾ ਬਣਾਉਂਦੇ ਆ ਨਾ ਪਰਾਲੀ ਦਾ ਜਾਂ ਦੱਬ ਦਾ, ਉੱਤੇ ਦੀਵਾ ਧਰਦੇ ਆ। ਮਹਾਰਾਜ ਜੀ ਕਹਿੰਦੇ ਆ ਜਿਹੜਾ ਸਰੀਰ ਹੈ, ਤਨ ਹੈ, ਇਹਨੂੰ ਤੂੰ ਬਣਾ ਲੈ ਤੁਲਹਾ, ਕਿਉਂਕਿ ਇਹੀ ਇੱਕ ਮਨੁੱਖੀ ਸਰੀਰ ਹੈ ਜਿਹਦੇ ਤੇ ਚੜ ਕੇ ਤੂੰ ਸਵਾਰ ਹੋ ਸਕਦਾ ਹੈ।
ਕੋਈ ਜਾਨਵਰ ਪਸ਼ੂ ਪੰਛੀ ਮੁਕਤ ਨਹੀਂ ਹੁੰਦਾ, ਕੱਲੇ ਮਨੁੱਖ ਨੂੰ ਹੀ ਪਰਮੇਸ਼ਰ ਨੇ ਦਾਤ ਦਿੱਤੀ ਹੈ ਜਿਹੜਾ ਮੁਕਤ ਹੋ ਸਕਦਾ ਹੈ। ਕੋਈ ਦੇਵੀ ਦੇਵਤਾ ਵੀ ਮੁਕਤ ਨਹੀਂ ਹੋ ਸਕਦਾ। ਉਹ ਵੀ ਇਹ ਮਨੁੱਖੀ ਜਾਮਾਂ ਲੋੜਦੇ ਆ, ਚਾਹੁੰਦੇ ਆ ਕਿ ਸਾਨੂੰ ਮਨੁੱਖੀ ਦੇਹ ਪ੍ਰਾਪਤ ਹੋਵੇ। ਇਸ ਦੇਹੀ ਕੋ ਸਿਮਰਹਿ ਦੇਵ, ਕਹਿੰਦੇ ਇਸ ਤਨ ਦੇ ਇਹਦਾ ਤੁਲਹਾ ਬਣਾ ਔਰ ਇਹਦੇ ਤੇ ਸਵਾਰ ਹੋ ਕੇ ਤੂੰ ਪਾਰ ਉਤਰ ਸਕਦਾ ਹੈ। ਅੰਤਰ ਪਾਹੇ ਤਿਸੈ ਤੂੰ ਰੱਖ, ਸੱਜਣਾ ਤੇਰੇ ਅੰਦਰ ਤ੍ਰਿਸ਼ਨਾ ਦੀ ਭਾਹੇ ਅੱਗ ਬਲ ਰਹੀ ਹੈ। ਅੰਤਰ ਭਾਹੇ, ਭਾਹੇ ਕਹਿੰਦੇ ਨੇ ਅੱਗ ਨੂੰ। ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਉਸ ਅੱਗ ਤੋਂ ਆਪਣੇ ਆਪ ਨੂੰ ਰੱਖ, ਉਹਦੇ ਤੋਂ ਆਪਣੇ ਆਪ ਨੂੰ ਬਚਾ। ਅੰਤਰ ਭਾਹੇ ਤਿਸੈ ਤੂੰ ਰੱਖ, ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਉਸ ਤ੍ਰਿਸ਼ਨਾ ਦੀ ਅੱਗ ਤੋਂ ਆਪਣੇ ਆਪ ਨੂੰ ਰੱਖ, ਆਪਣੇ ਆਪ ਨੂੰ ਉਹਦੇ ਤੋਂ ਬਚਾਉਣਾ ਕਰ। ਅਹਨਿਸ ਦੀਵਾ ਬਲਾਇਆ ਥਾਕ, ਜਦੋਂ ਅੰਦਰੋਂ ਤ੍ਰਿਸ਼ਨਾ ਦੀ ਅੱਗ ਤੋਂ ਆਪਣੇ ਆਪ ਨੂੰ ਬਚਾਵੇਂਗਾ, ਫਿਰ ਇੱਕ ਰਾਤ ਦਿਨ ਵਾਸਤੇ ਲਗਾਤਾਰ ਗਿਆਨ ਰੂਪੀ ਦੀਵਾ ਤੇਰੇ ਅੰਦਰ ਬਲੇਗਾ ਔਰ ਉਹ ਵੀ ਅਥੱਕ, ਜਿਹੜਾ ਕਦੇ ਬੁਝੇਗਾ ਨਹੀਂ। ਆਹ ਦੀਵੇ ਥੱਕ ਜਾਂਦੇ ਆ ਨਾ, ਵੀ ਬੱਤੀ ਸੜ ਜਾਏ, ਘਿਓ ਤੇਲ ਮੁੱਕ ਜਾਏ ਤੇ ਸਮਾਪਤ ਹੋ ਜਾਂਦੇ ਆ। ਕਹਿੰਦੇ ਜੇ ਤੇਰੇ ਅੰਦਰ ਉਹ ਗਿਆਨ ਦਾ ਦੀਵਾ ਜਗ ਜਾਏ, ਉਹ ਐਸਾ ਦੀਵਾ ਹੈ ਜਿਹੜਾ ਅਥੱਕ ਹੈ, ਕਦੇ ਬੁਝੇਗਾ ਨਹੀਂ, ਸदैव ਹੀ ਬਣਿਆ ਰਹੇਗਾ। ਐਸਾ ਦੀਵਾ ਨੀਰ ਤਰਾਏ, ਸੱਜਣਾ ਇਹੋ ਜਿਹਾ ਦੀਵਾ ਹੁੰਦਾ ਗਿਆਨ ਦਾ, ਇਹਨੂੰ ਤਾਰ ਪਾਣੀ ਤੋਂ ਜੇ ਤਾਰਨਾ। ਇਹ ਗਿਆਨ ਰੂਪੀ ਦੀਵਾ ਐਸਾ ਜਿਹੜਾ ਤੈਨੂੰ ਇਹ ਸੰਸਾਰ ਸਮੁੰਦਰ ਰੂਪੀ ਪਾਣੀ ਤੋਂ ਤਾਰੇਗਾ। ਇਹ ਸੰਸਾਰ ਸਮੁੰਦਰ ਹੈ ਨਾ, ਇਹਦੇ ਤੋਂ ਤੈਨੂੰ ਤਾਰੇਗਾ। ਇਹ ਗਿਆਨ ਰੂਪੀ ਦੀਵਾ ਹੈ। ਜਿਤ ਦੀਵੈ ਸਭ ਸੋਝੀ ਪਾਏ, ਇਹ ਗਿਆਨ ਰੂਪੀ ਦੀਵਾ ਜੇ ਤੇਰੇ ਅੰਦਰ ਜਗ ਪਏ ਤੇ ਤੈਨੂੰ ਤਿੰਨਾਂ ਕਾਲਾਂ ਦੀ ਸੋਝੀ ਹੋ ਆਏਗੀ, ਤਿੰਨਾਂ ਭਵਨਾਂ ਦੀ ਸੋਝੀ ਹੋ ਜਾਏਗੀ, ਜੇ ਇਹ ਗਿਆਨ ਰੂਪੀ ਦੀਵਾ ਤੇਰੇ ਅੰਦਰ ਜਗ ਪਵੇ। ਰਹਾਉ ਹੱਚੇ ਮਿਟੇ ਸੋਝੀ ਹੋਏ। ਖਾਲਸਾ ਜੀ ਇਹ ਦੀਵਾ ਕਿਹੜੀ ਮਿੱਟੀ ਨਾਲ ਬਣਦਾ ਹੈ? ਮਹਾਰਾਜ ਜੀ ਕਹਿੰਦੇ ਹੱਛੀ ਮਿੱਟੀ, ਜਿਹੜੀ ਚੰਗੀ ਮਿੱਟੀ ਹੋਵੇ। ਕਿਹੜੀ ਚੰਗੀ ਮਿੱਟੀ? ਵੀ ਚੰਗੀ ਸੁਰਤ, ਸ਼ੁੱਧ ਅੰਤਸ਼ਕਰਣ। ਕਹਿੰਦੇ ਚੰਗੀ ਸੁਰਤ ਹੋਵੇ ਨਾ ਤੇ ਚੰਗੀ ਸੁਰਤ ਵਾਲੀ ਮਿੱਟੀ ਨਾਲ ਇਹ ਦੀਵਾ ਬਣਦਾ। ਹਾਂਜੀ, ਤਾ ਕਾ ਕੀਆ ਮਾਨੈ ਸੋਏ, ਫਿਰ ਉਹਦਾ ਕੀਤਾ ਹੋਇਆ ਅਕਾਲ ਪੁਰਖ ਪਰਮੇਸ਼ਰ ਵੀ ਮੰਨਦਾ, ਜਿਹਦੀ ਸੁਰਤ ਚੰਗੀ ਹੋਵੇ। ਕਰਨੀ ਤੇ ਕਰ ਚੁੱਕੋ ਢਾਲ, ਕਹਿੰਦੇ ਚੰਗੀ ਸੁਰਤ ਦੀ ਤਾਂ ਹੋ ਗਈ ਮਿੱਟੀ, ਹੁਣ ਘੁਮਿਆਰ ਦੇ ਚੱਕ ਤੇ ਬਣਦਾ ਦੀਵਾ। ਕਹਿੰਦੇ ਇੱਥੇ ਕਿਹੜਾ ਘੁਮਿਆਰ ਹੈ? ਸ਼ੁਭ ਕਰਨੀ ਰੂਪੀ ਘੁਮਿਆਰ ਦੇ ਚੱਕ ਦੇ ਉੱਤੇ, ਵੀ ਚੰਗੇ ਕੰਮ ਕਰਨੇ, ਭਲੇ ਕਰਮ ਕਰਨੇ। ਕਹਿੰਦੇ ਉਹਦੇ ਤੇ ਇਹ ਗਿਆਨ ਰੂਪੀ ਦੀਵਾ ਢਾਲ ਕੇ ਬਣਾਇਆ ਜਾਂਦਾ ਹੈ। ਮਿੱਟੀ ਹੈ ਚੰਗੀ ਸੁਰਤ, ਚੰਗੀ ਸੁਰਤ ਦੇ ਨਾਲ ਚੰਗੇ ਕਰਮ ਕਰਨੇ, ਭਲੇ ਕਰਮ ਕਰਨੇ, ਉਹ ਹੈ ਘੁਮਿਆਰ ਦਾ ਚੱਕ, ਜਿਹਦੇ ਉੱਤੇ ਫਿਰ ਇਸ ਦੀਵੇ ਨੂੰ ਘੜਿਆ ਜਾਂਦਾ ਤੇ ਇਸ ਦੀਵੇ ਨੂੰ ਢਾਲ ਕੇ ਬਣਾਇਆ ਜਾਂਦਾ ਹੈ। ਐਥੈ ਉਥੈ ਨਿਭਹੀ ਨਾਲ, ਇਹ ਦੀਵਾ ਗਿਆਨ ਦਾ ਐਸਾ ਵੀ ਇੱਥੇ ਤੇ ਉੱਥੇ, ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਨਾਲ ਨਿਭਦਾ ਹੈ। ਆਪੇ ਨਜ਼ਰ ਕਰੇ ਜਾ ਸੋਏ, ਪਰਮੇਸ਼ਰ ਆਪ ਜਿਨ੍ਹਾਂ ਤੇ ਨਜ਼ਰ ਕਰਦਾ, ਆਪ ਵਾਹਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਹਨ, ਉਹਨਾਂ ਅੰਦਰ ਐਸੇ ਦੀਵੇ ਦਾ ਪ੍ਰਕਾਸ਼ ਹੁੰਦਾ ਹੈ। ਗੁਰਮੁਖ ਬਿਰਲਾ ਬੁੱਢਾ ਕੋਏ, ਬਿਰਲਾ ਗੁਰਮੁਖ ਹੈ ਭਾਈ ਜਿਹੜਾ ਇਸ ਗੱਲ ਨੂੰ ਬੁੱਝਦਾ ਜਾਂ ਜਾਣਦਾ ਹੈ। ਤੇਤ ਕਾਟ ਦੀਵਾ ਨੇ ਚਲ ਹੋਏ, ਜਿਹੜਾ ਗੁਰੂ ਦੀ ਕਿਰਪਾ ਨਾਲ ਬੁੱਝ ਜਾਂਦਾ ਹੈ, ਉਹਦੇ ਹਿਰਦੇ ਰੂਪੀ ਘਟ ਵਿੱਚ ਗਿਆਨ ਰੂਪੀ ਦੀਵਾ ਸਦਾ ਵਾਸਤੇ ਜਗ ਜਾਂਦਾ ਹੈ। ਪਾਣੀ ਮਰੈ ਨਾ ਬੁਝਾਇਆ ਜਾਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆ ਦੇ ਦੀਵੇ ਤੇ ਪਾਣੀ ਪੈ ਜੇ ਬੁਝ ਜਾਂਦੇ ਐ। ਕਹਿੰਦੇ ਜੇ ਗਿਆਨ ਰੂਪੀ ਦੀਵਾ ਜਗ ਜਾਏ ਤੇ ਫਿਰ ਜਿੰਨਾ ਮਰਜੀ ਪਦਾਰਥਾਂ ਦਾ ਕੋਈ ਪਾਣੀ ਪਾਵੇ ਉੱਤੇ,
ਇਹ ਮਰਦਾ ਨਹੀਂ, ਇਹ ਬੁਝਦਾ ਨਹੀਂ, ਫਿਰ ਸਦਾ ਹੀ ਜਾਗਦਾ ਰਹਿੰਦਾ ਹੈ। ਜਿੰਨਾ ਮਰਜ਼ੀ ਕੋਈ ਉੱਤੇ ਪਦਾਰਥਾਂ ਦਾ ਪਾਣੀ ਲਿਆ ਸੁੱਟੇ, ਜਿੰਨੀਆਂ ਮਰਜ਼ੀ ਕੋਈ ਵਾਸ਼ਨਾਵਾਂ ਬਾਹਰੋਂ ਆਲੇ ਦੁਆਲਿਓਂ ਨਜ਼ਰ ਆਉਂਦੀਆਂ ਹੋਣ, ਜਿਹਦੇ ਅੰਦਰ ਇਹ ਗਿਆਨ ਦਾ ਦੀਵਾ ਜਗ ਜਾਂਦਾ ਫਿਰ ਉਹ ਬੁਝਦਾ ਨਹੀਂ ਹੈ। ਕਿਸੇ ਪਦਾਰਥ ਦੇ ਲਾਲਚ ਨਾਲ, ਕਿਸੇ ਪਦਵੀ ਦੇ ਲਾਲਚ ਨਾਲ ਉਹ ਆਪਣੀ ਅਵਸਥਾ ਤੋਂ ਡਾਵਾਡੋਲ ਨਹੀਂ ਹੁੰਦਾ। ਭਾਵੇਂ ਆਪਣਾ ਖੋਪਰ ਲਵਾ ਲਵੇ ਤੇ ਭਾਵੇਂ ਬੰਦ ਕਟਾ ਲਵੇ, ਉਹ ਆਪਣੇ ਨਿਸ਼ਚੇ ਤੋਂ ਡਾਵਾਡੋਲ ਨਹੀਂ ਹੁੰਦਾ, ਜਿਹਦੇ ਅੰਦਰ ਇਹ ਦੀਵਾ ਜਗ ਪੈਂਦਾ ਹੈ। ਐਸਾ ਦੀਵਾ ਨੀਰ ਤਰਾਏ। ਇਹ ਭਾਈ ਇਹ ਐਸਾ ਗਿਆਨ ਰੂਪੀ ਦੀਵਾ ਹੈ ਜਿਹੜਾ ਇਸ ਨੀਰ ਦੇ ਉੱਤੇ ਜਲ ਤੇ ਤਰਾਣਾ ਹੈ। ਡੋਲੇ ਬਾਉ ਨਾ ਵੱਡਾ ਹੋਏ। ਇਹ ਹਵਾ ਨਾਲ ਨਹੀਂ ਡੋਲਦਾ। ਆਮ ਦੀਵੇ ਜਗਦੇ ਹੁਣ ਹਵਾ ਨਾਲ ਉਹਦੀ ਲਾਟ ਡਾਵਾਡੋਲ ਹੋ ਜਾਂਦੀ ਹੈ। ਕਹਿੰਦੇ ਲੱਖ ਵਿਘਨਾਂ ਦੀਆਂ ਹਵਾਵਾਂ ਆਉਣ, ਵਿਕਾਰਾਂ ਦੀਆਂ ਹਵਾਵਾਂ ਆਉਣ, ਇਹ ਗਿਆਨ ਦੇ ਦੀਵੇ ਦੀ ਜਿਹੜੀ ਲਾਟ ਹੈ ਇਹ ਡੋਲਦੀ ਨਹੀਂ। ਨਾ ਵੱਡਾ ਹੋਏ, ਆਮ ਕਰਕੇ ਦੀਵਾ ਬੁਝਾਣਾ ਨਹੀਂ ਕਹਿੰਦੇ ਸਾਡੇ ਸਮਾਜ 'ਚ। ਦੀਵਾ ਜਗਦਾ ਹੋਵੇ ਤੇ ਕੋਲ ਬੈਠਾ ਸਿਆਣਾ ਬੰਦਾ ਕਹਿੰਦਾ ਇਹਨੂੰ ਵੱਡਾ ਕਰ ਦੇ, ਯਾਨੀ ਬੁਝਾਣਾ ਨਹੀਂ ਕਹਿੰਦੇ ਵੀ ਦੀਵਾ ਕਾਹਨੂੰ ਬੁਝਾਉਣਾ, ਵੱਡਾ ਕਰ ਦੇ। ਵੱਡਾ ਕਰਨ ਦਾ ਮਤਲਬ ਬੁਝਾਣਾ ਹੀ ਹੁੰਦਾ ਨਾ। ਕਹਿੰਦੇ ਗਿਆਨ ਦਾ ਦੀਵਾ ਐਸਾ ਵੀ ਜਿਹੜਾ ਵੱਡਾ ਨਹੀਂ ਹੁੰਦਾ, ਨਾ ਵੱਡਾ ਹੋਏ ਯਾਨੀ ਕਿ ਬੁਝਦਾ ਨਹੀਂ ਹੈ। ਗੁਰੂ ਸਾਹਿਬ ਜੀ ਨੇ ਵੀ ਉਹ ਵੀ ਸ਼ਬਦ ਵਰਤਿਆ ਇੱਥੇ, ਨਾ ਵੱਡਾ ਹੋਏ। ਇਹ ਵੱਡਾ ਨਹੀਂ ਹੁੰਦਾ ਯਾਨੀ ਕਿ ਬੁਝਦਾ ਨਹੀਂ ਹੈ। ਤੇ ਲੱਖਾਂ ਵਾਸ਼ਨਾਵਾਂ ਦੀ ਹਵਾ ਆਲੇ ਦੁਆਲਿਓਂ ਚੱਲੇ, ਵਿਕਾਰਾਂ ਦੀ, ਇਹ ਗਿਆਨ ਰੂਪੀ ਦੀਵੇ ਦੀ ਜਿਹੜੀ ਲਾਟ ਹੈ ਉਹ ਵੀ ਡਾਵਾਡੋਲ ਨਹੀਂ ਹੁੰਦੀ। ਜਾਪੈ ਜਿਉ ਸਿੰਘਾਸਣ ਲੋਏ। ਜਦੋਂ ਇਹ ਅੰਦਰ ਜਗਦਾ ਤੇ ਫਿਰ ਅੰਦਰ ਸਿੰਘਾਸਣ ਤੇ ਬੈਠਾ ਜਿਹੜਾ ਰੱਬ ਹੈ ਉਹਦੇ ਦਰਸ਼ਨ ਹੋ ਜਾਂਦੇ ਇਸ ਗਿਆਨ ਦੇ ਦੀਵੇ ਦੇ ਚਾਨਣੇ 'ਚ। ਉਹ ਜਾਪੈ ਮਤਲਬ ਉਹਨੂੰ ਜਾਣ ਲਈਦਾ ਜਿਹੜਾ ਅੰਦਰ ਸਿੰਘਾਸਣ ਤੇ ਬੈਠਾ ਹੈ। ਆਤਮ ਸਰੂਪ ਜਿਹਨੂੰ ਆਪਾਂ ਕਹਿੰਦੇ ਬ੍ਰਹਮ ਸਰੂਪ, ਕਹਿੰਦੇ ਉਹਦਾ ਗਿਆਨ ਹੋ ਜਾਂਦਾ ਇਹਦੀ ਲੋ ਨਾਲ। ਖਤਰੇ ਬ੍ਰਾਹਮਣ ਸੋਧ ਕੇ ਬੈਸ। ਦੀਵਾ ਜ਼ਰੂਰੀ ਨਹੀਂ ਵੀ ਬਾਹਮਣਾਂ ਦੇ ਅੰਦਰ ਹੀ ਬਲਦਾ। ਮਹਾਰਾਜ ਜੀ ਕਹਿੰਦੇ, ਪਾਤਸ਼ਾਹ ਕਹਿੰਦੇ ਭਾਵੇਂ ਕੋਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਇਹ ਕਿਸੇ ਅੰਦਰ ਵੀ ਜਗ ਸਕਦਾ ਹੈ, ਕਿਸੇ ਅੰਦਰ ਵੀ ਜਗ ਸਕਦਾ। ਜ਼ਰੂਰੀ ਨਹੀਂ ਕਿਸੇ ਖਾਸ ਵਰਣ ਜਾਂ ਖਾਸ ਜਾਤੀ ਵਾਲੇ ਦੇ ਅੰਦਰ ਹੀ ਬਲੇਗਾ। ਨਿਰਤ ਨਾ ਪਾਈਆ ਗਣੀ ਸਹੰਸ। ਨਿਰਤ ਦਾ ਇੱਥੇ ਮਤਲਬ ਹੈ ਵੀ ਮੇਰੇ ਕੋਲੋਂ ਨਿਰਣਾ ਨਹੀਂ ਹੁੰਦਾ। ਮੈਂ ਕਿੰਨੇ ਕੁ ਹਜ਼ਾਰਾਂ ਵਰਣ, ਜਾਤੀਆਂ, ਮਜ਼ਹਬ, ਫਿਰਕੇ ਨੇ ਸੰਸਾਰ ਦੇ ਵਿੱਚ, ਮਹਾਰਾਜ ਜੀ ਕਹਿੰਦੇ ਉਹ ਗਿਣੇ ਨਹੀਂ ਜਾਂਦੇ। ਯਾਨੀ ਕਿ ਕੋਈ ਵੀ ਗੁਰੂ ਸ਼ਰਨ ਚ ਆ ਜੇ ਉਹਦੇ ਅੰਦਰ ਇਹ ਗਿਆਨ ਦਾ ਦੀਵਾ ਜਗ ਪੈਂਦਾ। ਕੋਈ ਵੀ ਹੋਵੇ। ਚਾਰ ਵਰਣ ਤਾਂ ਕਹਿੰਦੇ ਗਿਣੇ, ਇਹਦੇ ਤੋਂ ਇਲਾਵਾ ਹੋਰ ਗਿਣਤੀ ਵਿੱਚ ਹੀ ਨਹੀਂ ਆਉਂਦੇ ਕਿੰਨੇ ਕਿੰਨੇ। ਹਾਂਜੀ, ਐਸਾ ਦੀਵਾ ਬਾਲੇ ਕੋਏ। ਐਸਾ ਗਿਆਨ ਰੂਪੀ ਦੀਵਾ ਕੋਈ ਵੀ ਬਾਲ ਲੈ, ਚਾਹੇ ਉਹ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਯਹੂਦੀ ਹੋਵੇ, ਪਾਰਸੀ ਹੋਵੇ, ਕਹਿੰਦੇ ਗਿਣਤੀ 'ਚ ਨਹੀਂ ਆਉਂਦੇ ਕਿੰਨੇ ਕਿੰਨੇ। ਜਿਹੜਾ ਵੀ ਆਪਣੇ ਹਿਰਦੇ ਵਿੱਚ ਇਸ ਗਿਆਨ ਦੇ ਦੀਵੇ ਨੂੰ ਬਾਲ ਲੈਂਦਾ ਹੈ, ਨਾਨਕ ਸੋ ਪਾਰੰਗਤ ਹੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਇਹ ਸੰਸਾਰ ਤੋਂ ਪਾਰੰਗਤ ਹੋਏ, ਪਾਰ ਹੋ ਜਾਂਦਾ। ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ, ਉਹਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਜਿਹਦੇ ਅੰਦਰ ਐਸਾ ਗਿਆਨ ਰੂਪੀ ਦੀਵਾ ਜਗ ਪਵੇ। ਔਰ ਉਹ ਕਿਸੇ ਵੀ ਵਰਣ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਜਾਤੀ ਨਾਲ, ਕਿਸੇ ਦੇਸ਼ ਨਾਲ, ਕਿਸੇ ਮਜ਼ਹਬ ਨਾਲ, ਕਿਸੇ ਫਿਰਕੇ ਨਾਲ ਸੰਬੰਧ ਰੱਖਦਾ ਹੋਵੇ, ਜੇ ਉਹਦੇ ਅੰਦਰ ਐਸਾ ਗਿਆਨ ਰੂਪੀ ਦੀਵਾ ਜਗ ਪਵੇ, ਪਾਤਸ਼ਾਹ ਕਹਿੰਦੇ ਹੋਏ ਸੰਸਾਰ ਤੋਂ ਪਾਰ ਉਤਰ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।